हेलो दोस्तों, उम्मीद करदा तुसीं सारे ठीक होगे। ते इस वीडियो 'ਚ मैं अज तुहाडे नाल डिस्कस करूँगा कि अगर किसी पर्सन ने 3 ईयर डिप्लोमा कीता है इन एनी ट्रेड इलैक्ट्रॉनिक्स, मैकेनिकल, सिविल एंड एनी अदर ट्रेड जिन्हें डिप्लोमा कीता पंजाब स्टेट बोर्ड ऑफ टैक्नीकल एजुकेशन एंड इंडस्ट्रीयल ट्रेनिंग बोर्ड तो वो अपनी ट्रांसक्रिप्ट्स दे लई फॉरेन एजुकेशन लई या पीआर प्रोसैस लई डिप्लोमे ਦੀ ECA एजुकेशन ਵੈਰੀਫਿਕੇਸ਼ਨ ਲਈ ਕਿਵੇਂ ਟ੍ਰਾਂਸਕ੍ਰਿਪਟਸ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ ਤੇ ਜਿਹੜਾ ਆਨਲਾਈਨ ਦਾ ਪ੍ਰੋਸੈਸ ਹੈ ਮੈਂ ਤੁਹਾਨੂੰ ਪੂਰਾ ਡਿਟੇਲ ਚ ਇਸ ਵੀਡੀਓ ਦੇ ਥਰੂ ਸਟੈਪ ਬਾਈ ਸਟੈਪ ਦੱਸੂਗਾ ਤਾਂ ਫਸਟ ਆਫ ਆਲ ਤੁਸੀਂ ਇਸ ਉਹਨਾਂ ਦੀ punjabtech.com ਵੈਬਸਾਈਟ ਨੂੰ ਓਪਨ ਕਰਨਾ ਹੈ ਜਦੋਂ ਤੁਸੀਂ ਇਹ ਵੈਬਸਾਈਟ ਓਪਨ ਕਰੋਗੇ ਤਾਂ ਤੁਸੀਂ ਇਸ ਮੇਨ ਪੇਜ ਤੇ ਆ ਜਾਓਗੇ ਹੋਮ ਪੇਜ ਤੇ ਜਦੋਂ ਤੁਸੀਂ ਹੋਮ ਪੇਜ ਤੇ ਆਉਂਦੇ ਤਾਂ ਇੱਥੇ ਐਗਜ਼ਾਮੀਨੇਸ਼ਨ ਦਾ ਇੱਕ ਆਪਸ਼ਨ ਹੈ ਐਗਜ਼ਾਮੀਨੇਸ਼ਨ ਦੇ ਆਪਸ਼ਨ ਤੇ ਕਲਿੱਕ ਕਰੋ ਤਾਂ ਅੱਗੇ ਤੁਹਾਨੂੰ ਆਪਸ਼ਨ ਮਿਲੂਗੀ ਡ੍ਰੌਪ ਡਾਊਨ 'ਚ ਡਾਊਨਲੋਡ ਫਾਰਮਸ 'ਚ ਤੇ ਤੁਸੀਂ ਡਾਊਨਲੋਡ ਫਾਰਮ ਦੇ ਆਪਸ਼ਨ ਤੇ ਕਲਿੱਕ ਕਰਨਾ ਹੈ ਜਿਵੇਂ ਤੁਸੀਂ ਡਾਊਨਲੋਡ ਫਾਰਮ ਦੇ ਆਪਸ਼ਨ ਤੇ ਕਲਿੱਕ ਕਰਦੇ ਹੋ ਤਾਂ ਤੁਹਾਨੂੰ ਨੈਕਸਟ ਸਟੈਪ ਜਿਹੜਾ ਤੁਹਾਡੇ ਕੋਲ ਆਉਂਦਾ ਹੈ ਫਸਟ ਪੁਆਇੰਟ ਹੀ ਹੈ ਆਨਲਾਈਨ ਸਰਵਿਸ ਫॉर ਸਟੂਡੈਂਟ ਆਫ ਡਿਪਲੋਮਾ ਲੈਵਲ ਕੋਰਸਿਸ ਤੇ ਇਹਦੇ ਵਿੱਚ ਤੁਹਾਨੂੰ ਮਿਲਦਾ ਹੈ ਫॉर ਵੈਰੀਫਿਕੇਸ਼ਨ ਆਫ ਡਾਕੂਮੈਂਟ ਕੇਸਿਸ ਤੇ ਇਸ 'ਚ ਲਿਖਿਆ ਹੈ ਕਲਿੱਕ ਹੇਅਰ ਫॉर ਡਿਪੋਜ਼ਿਟ ਦਾ ਫੀਸ ਵੈਰੀਫਿਕੇਸ਼ਨ ਪ੍ਰੋਸੈਸਿੰਗ ਫੀਸ ਆਨਲਾਈਨ ਤੇ ਇਹ ਫਸਟ ਸਟੈਪ ਤੇ ਤੁਸੀਂ ਕਲਿੱਕ ਕਰਨਾ ਹੈ ਫॉर ਵੈਰੀਫਿਕੇਸ਼ਨ ਆਫ ਡਾਕੂਮੈਂਟ ਕੇਸਿਸ ਜਦੋਂ ਤੁਸੀਂ ਇਸ ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਇੱਕ PDF ਡਾਕੂਮੈਂਟ ਓਪਨ ਹੋ ਜਾਊਗਾ ਜਿਸ ਦੇ ਅੰਦਰ ਕੀ ਹੈ ਤੁਹਾਨੂੰ ਡਿਟੇਲ ਦੱਸੀਆਂ ਹੋਈਆਂ ਨੇ ਕਿ ਜੇ ਤੁਸੀਂ ਆਨਲਾਈਨ ਅਪਲਾਈ ਕਰਨਾ ਹੈ ਤੇ ਤੁਸੀਂ ਕਿਵੇਂ ਕਰ ਸਕਦੇ ਹੋ ਕੀ ਡਾਕੂਮੈਂਟਸ ਤੁਸੀਂ ਆਨਲਾਈਨ ਉਹਨਾਂ ਨੂੰ ਭੇਜਣੇ ਨੇ ਬੋਰਡ ਵਾਲਿਆਂ ਨੂੰ ਤਾਂ ਜੋ ਡਾਕੂਮੈਂਟ ਦੇ ਬੇਸਿਸ ਤੇ ਤੁਹਾਡੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰ ਸਕਣ ਤੇ ਸਭ ਤੋਂ ਪਹਿਲਾਂ ਕੀ ਹੈ ਨੰਬਰ 1 ਤੇ ਹੈ ਲੈਟਰ ਐਡਰੈਸ ਟੂ ਸੈਕਟਰੀ ਪੰਜਾਬ ਸਟੇਟ ਟੈਕਨੀਕਲ ਐਜੂਕੇਸ਼ਨ ਚੰਡੀਗੜ੍ਹ ਫॉर ਅਪਲਾਈਂਗ ਵੈਰੀਫਿਕੇਸ਼ਨ ਮਸਟ ਮੈਂਸ਼ਨ ਯੋਰ ਫੋਨ ਨੰਬਰ ਇਨ ਅ ਲੈਟਰ ਤੇ ਤੁਸੀਂ ਜੋ ਜ਼ਰੂਰ ਧਿਆਨ ਰੱਖਣਾ ਇੱਕ ਐਪਲੀਕੇਸ਼ਨ ਲਿਖਣੀ ਹੈ ਉਹਨਾਂ ਨੂੰ ਸੈਕਟਰੀ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ IT ਨੂੰ ਤੇ ਜਿਹੜੀ ਐਪਲੀਕੇਸ਼ਨ ਦੇ ਅੰਦਰ ਤੁਸੀਂ ਡਿਟੇਲ ਦੱਸੋਗੇ ਮੈਂ ਤੁਹਾਨੂੰ ਅੱਗੇ ਦਿਖਾਊਂਗਾ ਵੀ ਉਹ ਐਪਲੀਕੇਸ਼ਨ ਜਿਹੜੀ ਮੈਂ ਲਿਖੀ ਸੀਗੀ ਜਿਸ ਤੇ ਕਿਵੇਂ ਮੈਂ ਅਪਲਾਈ ਕੀਤਾ ਸੀਗਾ ਤੇ ਤੁਸੀਂ ਜਦੋਂ ਇਹ ਐਪਲੀਕੇਸ਼ਨ ਲਿਖਣੀ ਹੈ ਉਸ 'ਚ ਆਪਣਾ ਫੋਨ ਨੰਬਰ ਜ਼ਰੂਰ ਮੈਂਸ਼ਨ ਕਰ ਦੇਣਾ ਜਿਵੇਂ ਕਿ ਇਹਨਾਂ ਨੇ ਲਿਖਿਆ ਹੈ ਤੇ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਸੈਕੰਡ ਡਾਕੂਮੈਂਟ ਚਾਹੀਦਾ ਉਹ ਹੈਗਾ ਤੁਹਾਡਾ ਅਕੈਡਮਿਕ ਰਿਕਾਰਡ ਰਿਕੁਐਸਟ ਫਾਰਮ ਇਹ ਫਾਰਮ ਤੁਹਾਡਾ ਹੁੰਦਾ ਹੈ ਅਗਰ ਤੁਸੀਂ ਵੈਸ ਤੇ ਅਪਲਾਈ ਕਰ ਰਹੇ ਹੋ ਜਾਂ IQS ਜਾਂ ਕਿਸੇ ਹੋਰ ਏਜੰਸੀ ਦੇ ਥਰੂ ECA ਅਪਲਾਈ ਕਰ ਰਹੇ ਹੋ ਤਾਂ ਉਹਨਾਂ ਦਾ ਇੱਕ ਫਾਰਮ ਹੁੰਦਾ ਹੈ ਜਿਹੜਾ ਤੁਸੀਂ ਫਿਲ ਕਰਨਾ ਹੁੰਦਾ ਹੈ ਉਹ ਫਾਰਮ 'ਚ ਤੁਹਾਡਾ ਪੂਰੀ ਡਿਟੇਲ ਹੋਊਗੀ ਜਾਂ ਕੋਰਸ ਦੀ ਡਿਟੇਲ ਫਿਲ ਹੋਊਗੀ ਤੇ ਉਹ ਸਾਰੀ ਡਿਟੇਲ ਫਿਲ ਕਰਕੇ ਤੁਸੀਂ ਬੋਰਡ 'ਚੋਂ ਫਾਰਮ ਵੀ ਸਬਮਿਟ ਕਰਨਾ ਹੁੰਦਾ ਆਪਣੀ ਐਪਲੀਕੇਸ਼ਨ ਦੇ ਨਾਲ ਜਿਹੜਾ ਕਿ ਮੈਂ ਅੱਗੇ ਤੁਹਾਨੂੰ ਦਿਖਾਊਂਗਾ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਤੁਹਾਡਾ ਤੁਸੀਂ ਐਪਲੀਕੇਸ਼ਨ ਅਪਲਾਈ ਕਰਦੇ ਹੋ ਵੈਸ IQS ICS CES ICAS ਉਹਦਾ ਇੱਕ ਰੈਫਰੈਂਸ ਨੰਬਰ ਜਨਰੇਟ ਹੁੰਦਾ ਹੈ ਉਹ ਰੈਫਰੈਂਸ ਨੰਬਰ ਵੀ ਤੁਸੀਂ ਆਪਣੀ ਐਪਲੀਕੇਸ਼ਨ 'ਚ ਵੀ ਮੈਂਸ਼ਨ ਕਰ ਸਕਦੇ ਹੋ ਤੇ ਨਾਲ ਤੁਸੀਂ ਆਪਣੇ ਰਿਕੁਐਸਟ ਫਾਰਮ 'ਚ ਵੀ ਮੈਂਸ਼ਨ ਕਰਦੇ ਹੋ ਤੇ ਉਹ ਮੈਂਸ਼ਨ ਕਰਨਾ ਇੰਪੋਰਟੈਂਟ ਹੈ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਡਿਪਲੋਮੇ ਦੀਆਂ ਜਿੰਨੀ ਵੀ DMCs ਹੁੰਦੀਆਂ ਨੇ ਤੇ ਉਹ ਫਾਈਨਲ ਟ੍ਰਾਂਸਕ੍ਰਿਪਟ ਹੁੰਦੀ ਹੈ ਤੇ ਉਸ ਤੋਂ ਇਲਾਵਾ ਅਗਰ ਕੋਈ ਹੋਰ ਸਰਟੀਫਿਕੇਟ ਵੀ ਤੁਹਾਨੂੰ ਮਿਲਿਆ ਹੋਇਆ ਡਿਪਲੋਮੇ ਦਾ ਤੇ ਉਹ ਤੁਸੀਂ ਨਾਲ ਸਬਮਿਟ ਕਰਨਾ ਹੈ ਆਪਣੀ ਐਪਲੀਕੇਸ਼ਨ 'ਚ ਜਦੋਂ ਆਨਲਾਈਨ ਆਪਾਂ ਨੇ ਸੈਂਡ ਕਰਨੀ ਹੈ ਤੇ ਇਸ 'ਚ ਤੁਸੀਂ ਆਪਣੀ 10th ਦਾ ਸਰਟੀਫਿਕੇਟ ਡੇਟ ਆਫ ਬਰਥ ਸਰਟੀਫਿਕੇਟ ਤੇ ਡੇਟ ਆਫ ਬਰਥ ਸਰਟੀਫਿਕੇਟ ਤੁਸੀਂ ਆਪਣਾ ਬਰਥ ਸਰਟੀਫਿਕੇਟ ਦੇ ਸਕਦੇ ਹੋ ਨਾਲ ਤੇ ਇੱਕ ਕਲੀਅਰ ਹੋਣਾ ਚਾਹੀਦਾ ਹੈ ਪਿਕਚਰ 'ਚ ਤੁਹਾਡੇ ਮਾਰਕਸ ਹੋਣ ਤੁਹਾਡੀ ਡਿਟੇਲ ਹੋਵੇ ਪ੍ਰੋਪਰ ਕਲੀਅਰ ਹੋਣੀ ਚਾਹੀਦੀ ਹੈ ਤਾਂ ਜੋ ਬੋਰਡ ਦੇ ਅਫੀਸ਼ੀਅਲਸ ਜਦੋਂ ਚੈੱਕ ਕਰਨ ਉਹਨਾਂ ਨੂੰ ਕੋਈ ਇਸ਼ੂ ਨਾ ਹੋਵੇ ਤੇ ਇਸ 'ਚ ਇੱਕ ਹੋਰ ਪੁਆਇੰਟ ਲਿਖਿਆ ਹੋਇਆ ਹੈ ਕਿ ਅਗਰ ਤੁਸੀਂ ਟ੍ਰਾਂਸਕ੍ਰਿਪਟਸ 2004 ਤੋਂ ਪਹਿਲਾਂ ਵਾਲੇ ਸੈਸ਼ਨ 'ਚ ਸੀਗੇ ਤਾਂ ਤੁਹਾਨੂੰ 100 ਰੁਪਏ ਦੀ ਐਕਸਟਰਾ ਫੀਸ ਦੇਣੀ ਪਊਗੀ ਤੇ ਨੇਮ ਆਫ ਸਟੂਡੈਂਟ ਮਸਟ ਬੀ ਸੇਮ ਐਜ਼ ਸ਼ੋਨ ਇਨ ਦਾ ਅਕੈਡਮਿਕ ਰਿਕਾਰਡਸ ਤੇ ਤੁਹਾਡਾ ਨੇਮ 'ਚ ਕੋਈ ਵੀ ਚੇਂਜ ਨਹੀਂ ਹੋਣਾ ਚਾਹੀਦਾ ਡਾਕੂਮੈਂਟਸ ਦੇ ਉੱਪਰ ਤੇ ਉਸ ਤੋਂ ਬਾਅਦ ਤੁਹਾਡਾ ਆਂਦਾ ਹੈ ਤੁਸੀਂ ਜਿਹੜੀ ਫੀਸ ਹੈ ਆਨਲਾਈਨ ਸਬਮਿਟ ਕਰ ਸਕਦੇ ਹੋ ਤੇ ਆਨਲਾਈਨ ਜਿਹੜੀ ਤੁਹਾਡੀ ਫੀਸ ਹੈ ਉਹ 2000 ਹੈ ਤੇ ਆਨਲਾਈਨ ਫੀਸ ਦਾ ਪ੍ਰੋਸੈਸਿੰਗ ਮੈਂ ਤੁਹਾਨੂੰ ਦੱਸੂਗਾ ਕਿਵੇਂ ਫੀਸ ਪੇ ਕਰਨੀ ਹੈ ਤੇ ਅਗਰ ਤੁਸੀਂ 2004 ਤੋਂ ਪਹਿਲਾਂ ਵਾਲੇ ਬੈਚ ਵਾਲੇ ਸਟੂਡੈਂਟ ਹੋ ਤਾਂ ਤੁਹਾਡੀ ਫੀਸ ਜਿਹੜੀ ਹੋਗੀ ਉਹ 2100 ਰੁਪਇਆ ਹੋਊਗੀ ਤੇ ਜਿਹੜਾ ਇਹਨਾਂ ਨੂੰ ਅਪਲਾਈ ਕਰਨਾ ਹੈ ਉਹ ਆਨਲਾਈਨ ਕੀ ਹੈ ਇਹਨਾਂ ਦਾ ਕੋਈ ਆਨਲਾਈਨ ਅਪਲਾਈ ਕਰਨ ਲਈ ਪੋਰਟਲ ਨਹੀਂ ਹੈ ਇਹਨਾਂ ਦਾ ਜਿਹੜਾ ਅਪਲਾਈ ਕਰਨ ਦਾ ਪ੍ਰੋਸੈਸ ਹੈ ਉਹ ਈਮੇਲ ਦੇ ਥਰੂ ਹੈ ਇਲੈਕਟ੍ਰੋਨਿਕ ਮੇਲ ਤੇ ਈਮੇਲ ਕਰਨ ਲਈ ਇਹਨਾਂ ਨੇ ਡਿਟੇਲ ਦਿੱਤੀ ਹੋਈ ਹੈ ਤੇ ਇਸ 'ਚ ਡਿਟੇਲ ਦਿੱਤੀ ਹੋਈ ਹੈ ਕਿ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ ਆਨਲਾਈਨ ਵੈਰੀਫਿਕੇਸ਼ਨ ਲਈ ਤੇ ਇਹ ਈਮੇਲ ਹੈ ਜਿਸ ਤੇ ਆਪਾਂ ਨੇ ਸਾਰੇ ਡਾਕੂਮੈਂਟਸ ਨੇ ਉਹ ਸਾਰੇ ਅਟੈਚ ਕਰਨੇ ਨੇ ਉਹ ਅਟੈਚ ਕਰਨ ਤੋਂ ਬਾਅਦ ਤੁਸੀਂ ਈਮੇਲ ਸੈਂਡ ਕਰ ਦੋਗੇ ਤੇ ਇਹ ਲਿੰਕ ਹੈ ਦਿੱਤਾ ਹੋਇਆ ਨੰਬਰ ਪੁਆਇੰਟ 2 ਤੇ ਕਿ ਤੁਸੀਂ ਇਸ ਲਿੰਕ ਦੇ ਥਰੂ ਪੇਮੈਂਟ ਕਰੋਗੇ ਆਪਣੀ ਆਨਲਾਈਨ ਤੇ ਉਸ ਤੋਂ ਬਾਅਦ ਤੁਹਾਨੂੰ ਇੱਕ ਐਕਨੋਲੇਜਮੈਂਟ ਰਿਸਿਪਟ ਮਿਲ ਜੂਗੀ ਪੇਮੈਂਟ ਦੀ ਜਿਹੜੀ ਕਿ ਨਾਲ ਤੁਹਾਡੇ ਡਾਕੂਮੈਂਟਸ 'ਚ ਜਾਊਗੀ
ਤੇ ਤੁਸੀਂ ਆਪਣੀ ਇਹ ਈਮੇਲ ਸੈਂਡ ਕਰ ਦੋਗੇ। ਤੇ ਮੈਂ ਹੁਣ ਤੁਹਾਨੂੰ ਦੱਸਦਾ ਅੱਗੇ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਤੇ ਕਿਵੇਂ ਤੁਸੀਂ ਐਪਲੀਕੇਸ਼ਨ ਸਾਰੀ ਰਾਈਟ ਕਰਨੀ ਹੈ ਤੇ ਈਮੇਲ ਸੈਂਡ ਕਰਨੀ ਹੈ, ਡਰਾਫਟ ਕਰਨੀ ਹੈ। ਨੰਬਰ 1 ਇਹਨਾਂ ਨੂੰ ਚਾਹੀਦਾ ਸੀਗਾ ਲੈਟਰ, ਤੇ ਮੈਂ ਤੁਹਾਨੂੰ ਲੈਟਰ ਇੱਕ ਦਿਖਾਉਣ ਲੱਗਾ ਜਿਹੜਾ ਮੈਂ ਸੈਂਡ ਕੀਤਾ ਸੀਗਾ ਜਦੋਂ ਮੈਂ ਅਪਲਾਈ ਕੀਤਾ। ਤੇ ਇਹ ਰਿਕੁਐਸਟ ਲੈਟਰ ਹੁੰਦਾ ਹੈ, ਜਿਹੜਾ ਕਿ ਸੈਕਟਰੀ ਨੂੰ ਰੈਫਰ ਕੀਤਾ ਸੀਗਾ ਕਿ ਇਸ ਰਿਗਾਰਡਿੰਗ ਵੈਰੀਫਿਕੇਸ਼ਨ ਆਫ ਡਾਕੂਮੈਂਟਸ ਫਰੋਮ IQAS ਕੈਨੇਡਾ। ਹੁਣ ਮੈਂ ਤੁਹਾਨੂੰ ਦੱਸ ਦਿਆਂ, ਜਿਵੇਂ ਮੈਂ ਜਿਹੜੀ ਆਪਣੀ ECA ਕਰਵਾਈ ਸੀਗੀ ਡਿਪਲੋਮਾ ਦੀ, ਮੈਂ ਕਰਵਾ ਰਿਹਾ ਸੀਗਾ IQAS ਤੋਂ। ਤੁਸੀਂ ਵੈਸ ਤੋਂ ਵੀ ਕਰਵਾ ਸਕਦੇ ਹੋ, ਤੁਸੀਂ ਕੋਈ ਹੋਰ ਏਜੰਸੀ ਤੋਂ ਕਰਵਾ ਰਹੇ ਹੋ ਜਿਹੜੀ ਉਹਨਾਂ ਨੇ ਮੈਂਸ਼ਨ ਕੀਤੀ ਹੋਈਆਂ ਨੇ, ਤਾਂ ਤੁਸੀਂ ਉਹਦੀ ਡਿਟੇਲ ਮੈਂਸ਼ਨ ਕਰ ਦੇਣੇ ਪਰਟੀਕੂਲਰ ਕਿ ਤੁਸੀਂ ਕਿਸ ਏਜੰਸੀ ਨੂੰ ਆਪਣੀ ਜਿਹੜੀ ECA ਦੇ ਲਈ ਅਪਲਾਈ ਕੀਤਾ ਹੈ। ਤੇ ਇਹ ਮੈਂ ਲਿਖਿਆ ਸੀਗਾ ਰਿਸਪੈਕਟਡ ਸਰ ਮੈਮ ਜੋ ਵੀ ਹੈ। ਤੇ ਉਸ ਤੋਂ ਬਾਅਦ ਵਿਦ ਰਿਗਾਰਡ ਟੂ ਜੋ ਕਿ ਮੈਂ ਆਪਣਾ ਰਜਿਸਟ੍ਰੇਸ਼ਨ ਨੰਬਰ, ਮੇਰਾ ਇੰਸਟੀਚਿਊਟ ਦੀ ਡਿਟੇਲ, ਤੇ ਮੈਂ ਕਿਸ ਲਈ ਇਹ ਪਰਪਸ ਲਈ ਅਪਲਾਈ ਕਰ ਰਿਹਾ, ਤੇ ਮੇਰੇ ਜਿਹੜਾ ਕੀ ਹੈ ਕਿ ਮੈਂ ਇਸ 'ਚ ਪੂਰੀ ਡਿਟੇਲ ਮੈਂਸ਼ਨ ਕਰਤੀ ਸੀਗੀ। ਤੁਸੀਂ ਐਪਲੀਕੇਸ਼ਨ ਦਾ ਸਕਰੀਨਸ਼ਾਟ ਲੈ ਸਕਦੇ ਹੋ, ਤੁਸੀਂ ਇਸ ਤੇ ਤੁਸੀਂ ਇਹ ਐਪਲੀਕੇਸ਼ਨ ਅਪਲਾਈ ਕਰ ਸਕਦੇ ਹੋ ਐਵੇਂ। ਤੇ ਉਸ ਤੋਂ ਬਾਅਦ ਜਿਹੜਾ ਸੈਕਿੰਡ ਡਾਕੂਮੈਂਟ ਸੀਗਾ ਉਹ ਤੁਹਾਡਾ ਸੀਗਾ ਅਕੈਡਮਿਕ ਰਿਕੁਐਸਟ ਫਾਰਮ। ਜਿਹੜਾ ਫਾਰਮ ਹੁੰਦਾ ਤੁਹਾਡਾ, ਕੋਈ ਵੀ ਏਜੰਸੀ ਹੁੰਦੀ ਹੈ ਉਹਦੇ ਥਰੂ, ਉਹਦੇ ਦੁਆਰਾ ਪ੍ਰੋਵਾਈਡ ਕੀਤਾ ਜਾਂਦਾ ਹੈ। ਫੋਰ ਐਗਜ਼ਾਮਪਲ ਮੈਂ IQAS ਦੇ ਲਈ ਅਪਲਾਈ ਕੀਤਾ ਸੀਗਾ, ਤਾਂ ਮੈਨੂੰ IQAS ਦਾ ਫਾਰਮ ਮਿਲਿਆ ਸੀਗਾ। ਤੇ ਜਿਹੜਾ ਇਹ ਫਾਰਮ ਹੈ ਮੈਂ ਤੁਹਾਨੂੰ ਦਿਖਾ ਦਿੰਦਾ IQAS ਦਾ ਫਾਰਮ ਕਿਵੇਂ ਦਾ ਸੀਗਾ। ਇਹ IQAS ਦਾ ਫਾਰਮ ਸੀਗਾ, ਇੰਟਰਨੈਸ਼ਨਲ ਕੁਆਲੀਫਿਕੇਸ਼ਨਸ ਅਸੈਸਮੈਂਟ ਸਰਵਿਸ। ਤੇ ਜਦੋਂ ਮੈਂ ਇਹ 'ਚ ਆਪਣਾ ਨੇਮ ਫਿਲ ਕਰਤਾ ਸੀਗਾ, IQAS ਦਾ ਜੋ ਮੇਰਾ ਰੈਫਰੈਂਸ ਨੰਬਰ ਸੀਗਾ ਉਹ ਫਿਲ ਕਰਤਾ ਸੀਗਾ। ਜਿਵੇਂ ਉਧਰ ਉਹਨਾਂ ਦਾ ਜਿਹੜਾ ਫਾਰਮ ਹੈ ਬੋਰਡ ਵਾਲਿਆਂ ਦਾ, ਉਸ 'ਤੇ ਵੀ ਲਿਖਿਆ ਹੋਇਆ ਕਿ ਤੁਸੀਂ ਆਪਣਾ ਰੈਫਰੈਂਸ ਨੰਬਰ ਜ਼ਰੂਰ ਮੈਂਸ਼ਨ ਕਰ ਦਿਓ। ਤੇ ਉਹ ਮੈਂਸ਼ਨ ਕਰਤਾ ਸੀਗਾ, ਸਟੱਡੀ ਦੀ ਡਿਟੇਲ ਜੋ ਵੀ ਬਾਕੀ ਸੀਗੀ, ਤੇ ਜਿਸ ਦਿਨ ਮੈਂ ਅਪਲਾਈ ਕੀਤਾ ਸੀਗਾ ਇਹਨਾਂ ਨੂੰ ਮੇਲ ਕੀਤੀ ਸੀਗੀ, ਉਸ ਦਿਨ ਦੀ ਡਿਟੇਲ ਪਤੀ ਸੀਗੀ। ਡਿਪਲੋਮਾ ਸੀਗਾ ਮੇਰਾ, ਤੇ ਇੰਸਟੀਟਿਊਸ਼ਨ ਬੋਰਡ ਦਾ ਨਾਮ ਪਤਾ ਸੀਗਾ, ਤੇ ਫਿਲ ਕਰਤਾ ਸੀਗਾ ਇਹ ਵਾਲਾ ਸੈਕਸ਼ਨ। ਤੇ ਇਹ ਫਾਰਮ ਐਕਚੁਅਲੀ ਕੀ ਹੁੰਦਾ, ਜਦੋਂ ਜਦੋਂ ਬੋਰਡ ਇਹ ਤੁਹਾਡੇ ਡਾਕੂਮੈਂਟਸ ਨੂੰ ਵੈਰੀਫਾਈ ਕਰਦਾ ਹੈ, ਮਤਲਬ ਪ੍ਰਪੇਅਰ ਕਰਦਾ ਹੈ ਸੈਂਡ ਕਰਨ ਲਈ ਏਜੰਸੀ ਨੂੰ, ਤਾਂ ਉਹ ਬੋਰਡ ਦੁਆਰਾ ਇੱਥੇ ਬਾਕੀ ਦੀ ਡਿਟੇਲ ਪਾ ਦਿੱਤੀ ਜਾਂਦੀ ਹੈ। ਤੇ ਫਾਰਮ ਜ਼ਰੂਰ ਤੁਸੀਂ ਫਿਲ ਕਰਕੇ ਨਾਲ ਅਟੈਚ ਕਰਨਾ ਈਮੇਲ 'ਚ। ਤੇ ਉਸ ਤੋਂ ਅੱਗੇ ਜਿਹੜਾ ਡਾਕੂਮੈਂਟ ਦੀ ਨੀਡ ਹੈਗੀ ਹੈ, ਰੈਫਰੈਂਸ ਨੰਬਰ ਮੈਂ ਤੁਹਾਨੂੰ ਦੱਸਦਾ ਕਿ ਜਿਵੇਂ ਕਿ ਇਹ ਰੈਫਰੈਂਸ ਨੰਬਰ ਮੈਂ ਇੱਥੇ ਮੈਂਸ਼ਨ ਕਰਤਾ ਸੀਗਾ IQAS ਫਾਈਲ, ਇੱਥੇ ਮੇਰਾ ਰੈਫਰੈਂਸ ਨੰਬਰ ਆ ਗਿਆ ਸੀਗਾ। ਤੇ ਮੈਂ ਜਦੋਂ ਈਮੇਲ ਲਿਖੀ ਸੀਗੀ ਤੇ ਈਮੇਲ 'ਚ ਵੀ ਮੈਂ ਰੈਫਰੈਂਸ ਨੰਬਰ ਪਾਤਾ ਸੀਗਾ ਇੱਥੇ ਕਿ ਮਾਈ IQAS ਫਾਈਲ ਨੰਬਰ ਇਜ਼ ਦਿਸ। ਤੇ ਉਸ ਤੋਂ ਬਾਅਦ ਕੀ ਹੈ ਕਿ ਫੋਟੋ ਕਾਪੀਜ਼ ਆਫ 1 to 6 ਸਮੈਸਟਰ DMCs, ਟ੍ਰਾਂਸਕ੍ਰਿਪਟ ਸਰਟੀਫਿਕੇਟ, 10th DOB ਸਰਟੀਫਿਕੇਟ ਐਂਡ 10th ਸਰਟੀਫਿਕੇਟ DOB ਸਰਟੀਫਿਕੇਟ। ਤਾਂ ਇਹਦੇ ਲਈ ਕੀ ਹੈ, ਮੈਂ ਆਪਣਾ 10th ਦਾ ਪਹਿਲੇ ਤਾਂ ਡਿਪਲੋਮੇ ਦੀ ਜਿਹੜੀ ਟ੍ਰਾਂਸਕ੍ਰਿਪਟ ਸੀਗੀ, ਤੇ ਮੇਰੇ ਸਮੈਸਟਰ ਵਾਈਜ਼ ਜਿਹੜੀ ਡਿਟੇਲ ਸੀਗੀ, ਸਰਟੀਫਿਕੇਟ ਸੀਗੇ, ਮੈਂ ਉਹ ਅਟੈਚ ਕਰਤੇ ਸੀਗੇ। ਫਸਟ ਸਮੈਸਟਰ ਦਾ, ਸੈਕਿੰਡ ਸਮੈਸਟਰ ਦਾ, ਥਰਡ ਸਮੈਸਟਰ, ਫੋਰਥ ਸਮੈਸਟਰ, ਫਿਫਥ ਸਮੈਸਟਰ, ਸੈਵਨਥ ਸਮੈਸਟਰ, ਸੌਰੀ 6th ਸਮੈਸਟਰ। ਐਂਡ ਉਸ ਤੋਂ ਬਾਅਦ ਕੀ ਸੀਗਾ, ਜਿਹੜੀ ਫਾਈਨਲ ਟ੍ਰਾਂਸਕ੍ਰਿਪਟ ਸੀਗੀ ਮੈਂ ਉਹ ਵੀ ਅਟੈਚ ਕਰਤੀ ਸੀਗੀ। ਤੇ ਫਾਈਨਲ ਟ੍ਰਾਂਸਕ੍ਰਿਪਟ ਤੋਂ ਬਾਅਦ ਮੇਰੇ ਕੋਲ ਓਨਰ ਸਰਟੀਫਿਕੇਟ ਵੀ ਸੀਗਾ, ਮੈਂ ਉਹ ਅਟੈਚ ਕਰਤਾ ਸੀਗਾ। ਇਹ ਸਾਰੇ ਡਾਕੂਮੈਂਟਸ ਦੀ ਮੈਂ ਇੱਕ PDF ਬਣਾ ਕੇ ਫਾਈਲ ਤਿਆਰ ਕਰ ਦਿੱਤੀ ਸੀਗੀ, ਤੇ ਉਹਦਾ ਨਾਮ ਦਿੱਤਾ ਸੀਗਾ ਡਿਪਲੋਮਾ ਸਰਟੀਫਿਕੇਟਸ। ਤੇ ਉਸ ਤੋਂ ਬਾਅਦ ਮੈਂ 10th ਦਾ ਸਰਟੀਫਿਕੇਟ ਤੇ ਡੇਟ ਆਫ ਬਰਥ ਸਰਟੀਫਿਕੇਟ ਵੀ ਅਟੈਚ ਕਰਤਾ, ਨਾਲ ਰੱਖ ਲਿਆ ਸੀਗਾ ਅਟੈਚ ਕਰਨ ਲਈ। 10th ਸਰਟੀਫਿਕੇਟ ਸੀਗਾ ਮੇਰਾ, 10th ਦਾ ਸਰਟੀਫਿਕੇਟ, ਤੇ ਉਸ ਤੋਂ ਬਾਅਦ ਸੀਗਾ ਮੇਰਾ ਬਰਥ ਸਰਟੀਫਿਕੇਟ। ਬਰਥ ਸਰਟੀਫਿਕੇਟ ਵੀ ਮੈਂ ਨਾਲ ਅਟੈਚ ਕਰਤਾ ਸੀਗਾ। ਤੇ ਮੇਰੇ ਡਾਕੂਮੈਂਟ ਇਹ ਸੀਗੇ ਜਿਹੜੇ ਅਟੈਚ ਕਰਨ ਵਾਲੇ ਸੀਗੇ 1 2 3 4 5 6। ਇਹ 6 ਡਾਕੂਮੈਂਟ ਸੀਗੇ ਜਿਹੜੇ ਮੇਲ 'ਚ ਅਟੈਚ ਕਰਨੇ ਸੀਗੇ। ਤੇ ਉਸ ਤੋਂ ਬਾਅਦ ਜੋ ਨੈਕਸਟ ਸਟੈਪ ਹੈ ਤੁਹਾਡਾ, ਜਦੋਂ 5 ਡਾਕੂਮੈਂਟ ਤੁਹਾਡੇ ਰੈਡੀ ਹੋ ਜਾਣਗੇ ਜਿਹੜੇ ਮੈਂ ਦਿਖਾ ਚੁੱਕਾ ਤੁਹਾਨੂੰ, ਉਸ ਤੋਂ ਬਾਅਦ ਤੁਹਾਡਾ ਸਟੈਪ ਆਉਂਦਾ ਪੇਮੈਂਟ ਦਾ, ਕਿ ਤੁਸੀਂ ਪੇਮੈਂਟ ਕਰ ਦੇਣੀ ਹੈ ਆਨਲਾਈਨ। ਪੇਮੈਂਟ ਦਾ ਪ੍ਰੋਸੈਸ ਕੀ ਹੈ, ਇਸ ਲਿੰਕ ਤੇ ਜਾਓਗੇ ਤੁਸੀਂ, ਇਸ ਲਿੰਕ ਨੂੰ ਓਪਨ ਕਰੋ।
ਇਹ ਲਿੰਕ ਤੁਹਾਨੂੰ ਐਕਸਿਸ ਬੈਂਕ ਦੇ ਪੇਮੈਂਟ ਗੇਟਵੇ ਤੇ ਲੈ ਜਾਊਗਾ। ਤੇ ਇੱਥੇ ਦੇਖੋ ਤੁਸੀਂ ਜਦੋਂ ਫੀ ਕਲੈਕਸ਼ਨ ਹੈ, ਇਸ 'ਚ ਤੁਹਾਡੇ ਕੋਲ 3 ਆਪਸ਼ਨਸ ਆਉਂਦੀਆਂ ਨੇ, ਵੈਸਟ ਫੀ ਵਿਦ ਟ੍ਰਾਂਸਕ੍ਰਿਪਟਸ, ਕਾਲਜ ਫੀਸ। ਤੇ ਹੁਣ ਇੱਥੇ ਇੱਕ ਕਨਫਿਊਜ਼ਨ ਜਨਰੇਟ ਹੁੰਦੀ ਹੈ ਕਿ ਇਹ ਕੀ ਪੋਰਟਲ ਇਹ ਸਿਰਫ ਵੈਸਟ ਫੀਸ ਲਈ ਹੈ, ਜਾਂ ਜਿਵੇਂ ਕਿ ਮੈਂ IQAS ਤੋਂ ਅਪਲਾਈ ਕੀਤਾ ਸੀਗਾ ਈਸੀ ਲਈ, ਕਿ ਮੈਂ ਵੀ ਇਸ ਪੋਰਟਲ ਦੇ ਥਰੂ ਅਪਲਾਈ ਕਰ ਸਕਦਾ, ਫੀਸ ਪੇ ਕਰ ਸਕਦਾ। ਤਾਂ ਕੀ ਹੈ, ਇੱਥੇ ਬਾਏ ਮਿਸਟੇਕ ਉਹਨਾਂ ਨੇ ਵੈਸਟ ਫੀ ਰੱਖਿਆ ਹੋਇਆ ਇੰਸਟੈਡ ਆਫ ECA ਫੀ। ਤਾਂ ਤੁਸੀਂ ਕੋਈ ਵੀ ਏਜੰਸੀ ਲਈ ਅਪਲਾਈ ਕਰ ਰਹੇ ਹੋ, ਜਿਹੜੀ ਵੀ ਏਜੰਸੀਜ਼ ਦੇ ਲਈ ਉਹ ਆਨਲਾਈਨ ਐਕਸੈਪਟ ਕਰਦੇ ਨੇ ਐਪਲੀਕੇਸ਼ਨਸ, ਤਾਂ ਤੁਸੀਂ ਇੱਥੇ ਬੈਸਟ ਫੀ ਹੀ ਸਿਲੈਕਟ ਕਰਨੀ ਹੈ। ਇਹ ਮੈਂਡੇਟਰੀ ਨਹੀਂ ਹੈ ਕਿ ਅਗਰ ਤੁਸੀਂ IQS ਲਈ ਅਪਲਾਈ ਕਰ ਰਹੇ ਹੋ ਜਾਂ ਕਿਸੇ ICS ਤੋਂ ਅਪਲਾਈ ਕਰ ਰਹੇ ਹੋ ਤਾਂ ਤੁਸੀਂ ਇੱਥੇ ਕੋਈ ਆਪਸ਼ਨ ਆਊਗੀ, ਤੁਸੀਂ ਵੈਸਟ ਫੀ ਅਪਲਾਈ ਕਰਨੀ ਹੈ। ਅਗਰ ਤੁਸੀਂ 2004 ਤੋਂ ਪਹਿਲਾਂ ਦੇ ਸਟੂਡੈਂਟ ਹੋ ਤੇ ਤੁਹਾਡੇ ਕੋਲ ਤੁਸੀਂ ਇਹ ਵਾਲੀ ਆਪਸ਼ਨ ਸਿਲੈਕਟ ਕਰਨੀ ਹੈ। ਤੇ ਉਹਦੇ ਨਾਲ ਕੀ ਹੋਗਾ, ਅਗਰ ਤੁਸੀਂ ਵੈਸਟ ਫੀ ਕਰਦੇ ਹੋ ਇੱਥੇ ਫੀਸ 2000 ਆਊਗੀ, ਜੇ ਤੁਸੀਂ ਵੈਸਟ ਫੀ ਵਿੱਚ ਟ੍ਰਾਂਸਕ੍ਰਿਪਟ ਕਰਦੇ ਹੋ ਤੇ ਇੱਥੇ ਤੁਹਾਨੂੰ 2100 ਰੁਪਏ ਫੀਸ ਆਊਗੀ। ਫੋਰ ਐਗਜ਼ਾਮਪਲ ਮੈਂ ਵੈਸਟ ਫੀਸ ਸਿਲੈਕਟ ਕੀਤਾ ਸੀਗਾ ਤੇ ਇੱਥੇ ਮੈਂ ਆਪਣਾ ਰਜਿਸਟ੍ਰੇਸ਼ਨ ਨੰਬਰ ਪਾਤਾ ਸੀਗਾ, ਨੇਮ ਆਫ ਸਟੂਡੈਂਟ ਪਾਤਾ, ਇੱਥੇ ਕੋਡ ਪਾਤਾ ਸੀਗਾ, ਇਹ ਸਬਮਿਟ ਕੀਤਾ। ਜਿਵੇਂ ਤੁਸੀਂ ਸਬਮਿਟ ਕਰਦੇ ਹੋ ਤੁਸੀਂ ਦੇਖੋ ਇੱਥੇ ਤੁਹਾਡਾ ਨਾ ਇੱਕ URN ਨੰਬਰ ਜਨਰੇਟ ਹੋ ਜਾਂਦਾ ਹੈ। ਇਹ ਨੰਬਰ ਜਨਰੇਟ ਹੋ ਜਾਊਗਾ ਤੇ ਤੁਹਾਡੇ ਕੋਲ ਆਪਸ਼ਨਸ ਆਉਂਦੀਆਂ ਪੇਮੈਂਟ ਕਰਨ ਦੀ, ਇੰਟਰਨੈਟ ਬੈਂਕਿੰਗ, ਤੁਸੀਂ ਟਰਮ ਐਂਡ ਕੰਡੀਸ਼ਨ ਜ਼ਰੂਰ ਕਲਿੱਕ ਕਰ ਲੈਣਾ, ਉਸ ਤੋਂ ਬਾਅਦ ਹੀ ਤੁਹਾਨੂੰ ਇੱਥੇ ਕਲਿੱਕ ਕਰਨ ਦੀ ਆਪਸ਼ਨ ਮਿਲੂਗੀ। ਅਦਰਵਾਈਜ਼ ਅਗਰ ਤੁਸੀਂ ਨਹੀਂ ਸਿਲੈਕਟ ਕਰਦੇ ਤਾਂ ਨਹੀਂ ਆਪਸ਼ਨ ਮਿਲੂਗੀ। ਇੰਟਰਨੈਟ ਬੈਂਕਿੰਗ, ਕਾਰਡਸ, RTS, UPI, ਤੁਸੀਂ ਕੋਈ ਵੀ ਪੇਮੈਂਟ ਮੈਥਡ ਜਿਹੜਾ ਤੁਹਾਡੇ ਲਈ ਸੁਟੇਬਲ ਹੈ ਤੁਸੀਂ ਸਿਲੈਕਟ ਕਰ ਸਕਦੇ ਹੋ ਅਤੇ ਪੇਮੈਂਟ ਕਰ ਸਕਦੇ ਹੋ। ਤੇ ਜਿਵੇਂ ਤੁਸੀਂ ਪੇਮੈਂਟ ਕਰੋਗੇ ਤੁਹਾਡੀ ਰਿਸਿਪਟ ਇੱਕ ਜਨਰੇਟ ਹੋ ਜੂਗੀ, ਐਕਨੋਲੇਜਮੈਂਟ ਤੁਹਾਨੂੰ ਮਿਲ ਜੂਗੀ। ਉਹਦੇ ਲਈ ਕੀ ਹੈ, ਤੁਹਾਨੂੰ ਪੇਮੈਂਟ ਰਿਸਿਪਟ ਜਨਰੇਟ ਹੋ ਜੂਗੀ ਐਵੇਂ ਦੀ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਜਿਹੜਾ ਅਪਲਾਈ ਕੀਤਾ ਸੀਗਾ ਮੇਰੀ ਏਜੰਸੀ ਵੈਸਟ ਨਹੀਂ ਸੀਗੀ, ਮੇਰੀ IQAS ਸੀਗੀ। ਤੇ ਕੀ ਹੈ, ਤੁਸੀਂ ਇੱਥੇ ਮੈਂ ਬੋਰਡ ਤੋਂ ਕਨਫਰਮ ਕੀਤਾ ਸੀਗਾ ਕਿ ਜਿਵੇਂ ਮੈਂ IQS ਲਈ ਅਪਲਾਈ ਕਰ ਰਿਹਾ ਕਿ ਤੇ ਮੈਨੂੰ ਆਪਸ਼ਨ ਵੈਸਟ ਦੀ ਆ ਰਹੀ ਹੈ ਫੀਸ ਲਈ, ਤੇ ਉਹਨਾਂ ਨੇ ਕਿਹਾ ਤੁਸੀਂ ਵੈਸਟ ਹੀ ਸਿਲੈਕਟ ਕਰਕੇ ਪੇ ਕਰ ਸਕਦੇ ਹੋ ਫੀਸ, ਤੇ ਤੁਸੀਂ ਬਾਅਦ ਚ ਜਿਹੜੀ ਆਪਣੀ ਪੇਮੈਂਟ ਰਿਸਿਪਟ ਹੈ ਉਸ ਤੇ ਕੱਟ ਕੇ ਲਿਖ ਦੇਣਾ ਕਿ IQS ਲਈ ਹੈ। ਤੇ ਮੈਂ ਕੀਤਾ ਸੀਗਾ ਫੀ ਕਲੈਕਸ਼ਨ ਤੇ ਵੈਸਟ ਫੀ ਆ ਰਿਹਾ ਸੀਗਾ ਜਿਹੜਾ ਮੈਨੂੰ ਪਹਿਲਾਂ ਤੋਂ ਹੀ, ਤੇ ਮੈਂ ਉਹਨੂੰ ਫਿਰ ਕੱਟ ਕੇ IQS ਲਿਖਤਾ ਸੀਗਾ ਨਾਲ ਕਿ ਮੈਂ IQS ਲਈ ਅਪਲਾਈ ਕੀਤਾ ਹੈ। ਤੇ ਤੁਸੀਂ ਮੇਕ ਸ਼ੋਰ ਕਰਨਾ ਆਪਣੀ ਡਿਟੇਲ ਪ੍ਰੋਪਰ ਦੇਣਾ, ਈਮੇਲ, ਫੋਨ ਨੰਬਰ, ਤੇ ਕਿਉਂਕਿ ਜੋ ਫਾਈਨਲ ਕਨਫਰਮੇਸ਼ਨ ਹੈ ਤੁਹਾਨੂੰ ਫੋਨ ਤੇ ਹੀ ਰਿਸੀਵ ਹੋਊਗੀ ਜਦੋਂ ਬੋਰਡ ਅਸੈਸ ਕਰੂਗਾ। ਤੇ ਜਿਵੇਂ ਹੀ ਮੇਰੀ ਇਹ ਡਾਕੂਮੈਂਟ ਸਾਰੇ ਰੈਡੀ ਹੋ ਗਏ ਸੀਗੇ, ਫੀਸ ਪੇ ਹੋ ਗਈ ਸੀਗੀ, ਤਾਂ ਮੇਰੇ ਕੋਲ ਲਿਸਟ ਆਫ 6 ਡਾਕੂਮੈਂਟ ਸੀਗੇ, ਤੁਸੀਂ ਨੋਟ ਕਰ ਸਕਦੇ ਹੋ। 10th ਸਰਟੀਫਿਕੇਟ, ਬਰਥ ਸਰਟੀਫਿਕੇਟ, ਡਿਪਲੋਮਾ ਸਰਟੀਫਿਕੇਟਸ ਇਨਕਲੂਡਿੰਗ ਟ੍ਰਾਂਸਕ੍ਰਿਪਟ, ਤੇ ਪੇਮੈਂਟ ਰਿਸਿਪਟ ਹੋ ਗਈ ਤੁਹਾਡੀ ਏਜੰਸੀ ਦਾ ਫਾਰਮ ਹੋ ਗਿਆ, ਰਿਕੁਐਸਟ ਫਾਰਮ, ਤੇ ਇੱਕ ਲੈਟਰ ਹੋ ਗਿਆ। ਲੈਟਰ ਇੰਪੋਰਟੈਂਟ ਹੈ, ਲੈਟਰ ਜ਼ਰੂਰ ਲਿਖਣਾ ਹੈ। ਤੁਸੀਂ ਲੈਟਰ ਰੈਫਰ ਕਰ ਸਕਦੇ ਹੋ ਜੋ ਮੈਂ ਤੁਹਾਨੂੰ ਵੀਡੀਓ ਤੇ ਦਿਖਾਇਆ ਹੈ, ਤੁਸੀਂ ਉਹ ਸੇਮ ਵਰਡਿੰਗ ਯੂਜ਼ ਕਰ ਸਕਦੇ ਹੋ ਤੇ ਆਪਣੀ ਡਿਟੇਲ ਦੇ ਅਕੋਰਡਿੰਗ। ਤੇ ਤੁਹਾਨੂੰ ਕੀ ਹੈ, ਤੁਸੀਂ ਇਹ ਸਾਰੀ ਜਿਹੜੀ ਡਾਕੂਮੈਂਟ ਨੇ ਤੁਸੀਂ ਅਟੈਚ ਕਰਨਾ ਈਮੇਲ 'ਚ, ਤੇ ਤੁਹਾਨੂੰ ਈਮੇਲ ਤੁਸੀਂ ਸੈਂਡ ਕਰਨੀ ਹੈ ਇਸ ਈਮੇਲ ਤੇ onlineservices.psbte@gmail.com। ਇਹ ਈਮੇਲ ਤੇ ਤੁਸੀਂ ਈਮੇਲ ਸੈਂਡ ਕਰਨੀ ਹੈ। ਤੇ ਉਸ ਤੋਂ ਬਾਅਦ ਕੀ ਹੈ, ਤੁਹਾਨੂੰ ਆਪਣਾ ਈਮੇਲ ਦੀ ਬਾਡੀ ਤੇ ਵੀ ਤੁਸੀਂ ਡਿਟੇਲ ਪਾ ਸਕਦੇ ਹੋ, ਜੋ ਲੈਟਰ ਦੀ ਡਿਟੇਲ ਲੈਟਰ 'ਚ ਮੈਂਸ਼ਨ ਕਰ ਰਹੇ ਹੋ ਕਿ ਤੁਸੀਂ ਕਿਸ ਚੀਜ਼ ਲਈ ਅਪਲਾਈ ਕਰ ਰਹੇ ਹੋ। ਤੁਸੀਂ ਆਪਣੀ ਮੇਲ ਦਾ ਸਬਜੈਕਟ ਰੱਖਣਾ ਹੈ ਵੈਰੀਫਿਕੇਸ਼ਨ ਆਫ ਡਾਕੂਮੈਂਟਸ, ਵੈਰੀਫਿਕੇਸ਼ਨ ਆਫ ਡਿਪਲੋਮਾ ਕੋਰਸਿਸ, ਤੇ ਮੇਕ ਸ਼ੋਰ ਕਿ ਤੁਸੀਂ ਸਬਜੈਕਟ ਜਿਹੜਾ ਕਰੈਕਟਲੀ ਲਿਖੋ ਆਪਣੀ ਈਮੇਲ 'ਚ। ਤੇ ਈਮੇਲ ਨੂੰ ਤੁਸੀਂ ਬਾਅਦ 'ਚ ਡਾਕੂਮੈਂਟ ਅਟੈਚ ਕਰਕੇ 6 ਡਾਕੂਮੈਂਟਸ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਉਹਨੂੰ ਅਟੈਚ ਕਰਕੇ ਤੁਸੀਂ ਇਸ ਈਮੇਲ ਤੇ ਸੈਂਡ ਕਰ ਦਿਓ।
ਤੇ ਮੈਂ ਤੁਹਾਨੂੰ ਦਿਖਾ ਦਿੰਦਾ ਮੈਂ ਜੋ ਮੇਲ ਕੀਤੀ ਸੀਗੀ। ਤੇ ਇਹ ਈਮੇਲ ਸੀਗੀ ਮੈਂ ਜੋ ਉਹਨਾਂ ਨੇ ਦਿੱਤੀ ਹੋਈ ਸੀਗੀ ਈਮੇਲ ਆਈਡੀ ਮੈਂ ਉੱਤੇ ਸੈਂਡ ਕੀਤੀ ਸੀਗੀ ਤੇ ਸਬਜੈਕਟ ਪਾਤਾ ਸੀਗਾ ਵੈਰੀਫਿਕੇਸ਼ਨ ਆਫ ਡਿਪਲੋਮਾ ਕੋਰਸਿਸ ਤੇ ਵਰਡਿੰਗ ਮੈਂ ਸੇਮ ਪਾਤੀ ਸੀਗੀ ਜੋ ਲੈਟਰ 'ਚ ਰੈਫਰ ਕੀਤਾ ਸੀਗਾ ਮੈਂ ਸੇਮ ਵਰਡਿੰਗ ਇੱਥੇ ਪਈ ਤੇ ਉਸ ਤੋਂ ਬਾਅਦ ਉਹਨਾਂ ਦਾ ਜੋ ਟਾਈਮ ਲਾਈਨ ਹੈ ਟਰਨ ਅਰਾਊਂਡ ਟਾਈਮ ਹੈ ਉਹ ਅਰਾਊਂਡ ਉਹ ਲੈਂਦੇ ਨੇ 20 to 25 ਡੇਜ਼ ਤੇ ਉਸ ਤੋਂ ਬਾਅਦ ਜਦੋਂ ਮੈਂ ਜਿਹੜਾ ਅਪਲਾਈ ਕੀਤਾ ਸੀਗਾ ਇਹ ਮੇਲ ਕੀਤੀ ਸੀਗੀ 6 ਜੂਨ ਨੂੰ ਕੀਤੀ ਸੀਗੀ ਪਰ ਮੈਨੂੰ ਉਸ ਤੋਂ ਬਾਅਦ ਵੀ 20 ਡੇਜ਼ ਦੇ ਆਫਟਰ ਜਾਂ 25 ਡੇਜ਼ ਦੇ ਆਫਟਰ ਮੈਨੂੰ ਕੋਈ ਰਿਸਪੌਂਡ ਨਹੀਂ ਆਇਆ ਸੀਗਾ ਈਮੇਲ ਜਾਂ ਉਹ ਨਹੀਂ ਆਇਆ ਸੀਗਾ ਤੇ ਉਸ ਤੋਂ ਬਾਅਦ ਮੈਂ ਫੋਲੋ ਅਪ ਕੀਤਾ ਸੀਗਾ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਤੁਹਾਨੂੰ ਜਲਦੀ ਮਿਲ ਜਾਊਗਾ ਇੱਕ ਦਿਨ ਹੋਰ ਲੱਗੂਗਾ 1-2 ਦਿਨ ਤੇ ਤੁਹਾਨੂੰ ਰਿਵਰਟ ਬੈਕ ਆ ਜਾਊਗਾ ਤੇ ਉਸ ਤੋਂ ਬਾਅਦ ਮੈਨੂੰ ਉਹਨਾਂ ਦੀ ਕਾਲ ਆਈ ਸੀਗੀ ਜੁਲਾਈ 8 ਨੂੰ ਮਤਲਬ ਮੋਰ ਦੈਨ 1 ਮੰਥ ਉਹਨਾਂ ਨੇ ਲਿਆ ਸੀਗਾ ਮੈਂ 6 ਜੂਨ ਨੂੰ ਅਪਲਾਈ ਕੀਤਾ ਸੀਗਾ ਤੇ 8 ਜੁਲਾਈ ਨੂੰ ਮੈਨੂੰ ਉਹਨਾਂ ਦੀ ਕਾਲ ਆਈ ਸੀਗੀ ਕਿ ਉਹਨਾਂ ਨੇ ਮੇਰੇ ਡਾਕੂਮੈਂਟਸ ਨੇ ਜਿਹੜੇ ਈਮੇਲ ਕਰਤੇ ਨੇ ਅਤੇ ਜਿਹੜਾ ਪੈਕੇਟ ਹੈ ਪੈਕੇਟ ਉਹਨਾਂ ਨੇ ਰੈਡੀ ਕਰਤਾ ਹੈ ਤੁਸੀਂ ਹਾਰਡ ਕਾਪੀ ਵੀ ਰਿਸੀਵ ਕਰ ਸਕਦੇ ਹੋ ਤੇ ਉਹ ਹਾਰਡ ਕਾਪੀ ਰੈਡੀ ਕਰਤੀ ਸੀਗੀ ਮਤਲਬ ਆਲਮੋਸਟ ਤੁਸੀਂ ਲੈ ਕੇ ਚੱਲੋ ਕਿ ਉਹ ਅਰਾਊਂਡ 25 ਡੇਜ਼ ਦਾ ਵੈਸੇ ਟਾਈਮਲਾਈਨ ਦਿੰਦੇ ਨੇ ਬਟ ਮੋਰ ਦੈਨ 1 ਮੰਥ ਲੱਗ ਜਾਂਦਾ ਹੈ ਤੇ ਇਹ ਨੰਬਰ ਸੀਗਾ ਬੋਰਡ ਦਾ ਨੰਬਰ ਹੈ ਇਹ ਵੈਬਸਾਈਟ ਤੇ ਵੀ ਦਿੱਤਾ ਹੋਇਆ ਬੋਰਡ ਦੀ ਵੈਬਸਾਈਟ ਤੇ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਇਹ ਵਾਲਾ ਨੰਬਰ ਸੀਗਾ ਜਿਸ ਤੋਂ ਮੈਨੂੰ ਕਾਲ ਆਈ ਸੀਗੀ ਇਨਕਮਿੰਗ ਕਿ ਤੁਹਾਡੇ ਡਾਕੂਮੈਂਟਸ ਜਿਹੜੇ ਨੇ ਉਹ ਰੈਡੀ ਹੋ ਚੁੱਕੇ ਨੇ ਜਦੋਂ ਤੁਹਾਨੂੰ ਇੱਕ ਵਾਰ ਕਨਫਰਮੇਸ਼ਨ ਮਿਲ ਜੂਗੀ ਬੋਰਡ ਵੱਲੋਂ ਕਿ ਤੁਹਾਡੇ ਡਾਕੂਮੈਂਟ ਨੇ ਤੇ ਤੁਹਾਡਾ ਜਿਹੜਾ ਪੈਕੇਟ ਹੈ ਐਨਵੈਲਪ ਹੈ ਅਗਰ ਤੁਸੀਂ ਹਾਰਡ ਕਾਪੀ ਕੋਰੀਅਰ ਕਰਨਾ ਚਾਹੁੰਦੇ ਹੋ ਤਾਂ ਉਹ ਤੁਸੀਂ ਉਹਨੂੰ ਰਿਸੀਵ ਕਰਨ ਲਈ ਬੋਰਡ ਜਾ ਕੇ ਵਿਜ਼ਿਟ ਕਰੋਗੇ ਡਿਪਾਰਟਮੈਂਟ 'ਚ ਤੁਸੀਂ ਆਪਣਾ ਪੈਕੇਟ ਉੱਧਰੋਂ ਰਿਸੀਵ ਕਰ ਸਕਦੇ ਹੋ ਤੇ ਤੁਹਾਨੂੰ ਆਪਣਾ ਜਿਹੜਾ ਪੈਕੇਟ ਹੈ ਉਹ ਖੁਦ ਕੋਰੀਅਰ ਕਰਨਾ ਪਊਗਾ ਨੀਅਰ ਬਾਈ ਜੋ ਵੀ ਪੋਸਟ ਆਫਿਸ ਹੋਊਗਾ ਜੋ ਬੋਰਡ ਦੇ ਨੀਅਰ ਬਾਈ ਹੋਗਾ ਤਾਂ ਉਸ ਤੋਂ ਤੁਸੀਂ ਪੋਸਟ ਕਰ ਸਕਦੇ ਹੋ ਆਮ ਸ਼ੋਰ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਆਪਣੀ ਐਪਲੀਕੇਸ਼ਨ ਆਨਲਾਈਨ ਇੰਡੀਪੈਂਡੈਂਟਲੀ ਅਪਲਾਈ ਕਰ ਸਕੋਗੇ ਤੇ ਤੁਹਾਨੂੰ ਅਗਰ ਵੀਡੀਓ ਅੱਛੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨਾ ਅਤੇ ਅਗਰ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ application processing the time तो तुसी कमेंट च मेरे तो पूछ सकते हो आई विल डेफिनेटली रिवर्ट ओवर दैट